ਤੇ ਅੱਜ ਦੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਨੇ ਜੀ ਗੋ ਗਲੋਬਲ ਕੰਸਲਟੈਂਸੀ ਤੋਂ ਮਿਸਟਰ ਨਵਨੀਤ ਸਿੰਘ ਸਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਵਿਤਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਕੱਲ ਮੇਰੀ ਥੋੜੀ ਜੀ ਮੰਚ ਤੇ ਪ੍ਰੈਜ਼ੈਂਸ ਅੱਗੇ ਪਿੱਛੇ ਹੋ ਰਹੀ ਹੈ, ਕੁਝ ਮਸਰੂਫੀਅਤਾਂ ਨੇ ਕੰਮ ਦੀਆਂ। ਤਿਆਰੀਆਂ ਆਇਲ ਸੈਂਟਰ ਖੁੱਲਣ ਦੀਆਂ ਲੱਗ ਰਿਹਾ, ਕੁਝ ਜ਼ਿਲ੍ਹਿਆਂ 'ਚ ਆਇਲ ਸੈਂਟਰ ਓਪਨ ਹੋ ਗਏ ਆਨਲਾਈਨ ਤੋਂ ਆਫਲਾਈਨ ਲਿਆਉਣ ਨੂੰ। ਸੋ ਇੱਕ ਜਿਹੜਾ ਸਾਡੇ ਤੇ ਬਹੁਤ ਵੱਡੀ ਗੱਜਗਿਰੀ ਵੀ ਹੈ, ਜਿਹਨੂੰ ਕਹਿੰਦੇ ਬੰਬ ਡਿੱਗਿਆ ਹੋਇਆ, ਉਹ ਇਹ ਹੈ ਜਿਹੜੀ ਕਿਊਬੈਕ ਤੋਂ ਚਿੱਠੀਆਂ ਆਈਆਂ ਤੁਹਾਡੀਆਂ ਫਾਈਲਾਂ ਪੂਰੀਆਂ ਕਰਕੇ ਲਾਉਣਾ। ਸੋ ਨਵੀਂ ਵਪਾਰ ਦੀ ਮਸ਼ਹੂਰੀ, ਨਵਾਂ ਗਿਆਨ ਵੰਡਣ ਤੋਂ ਪਹਿਲਾਂ ਜਿਹੜੇ ਹੈਗੇ ਉਹਨਾਂ ਨੂੰ ਸਮੇਟ ਲਈਏ, ਜਿਹੜੇ ਭਰੋਸਾ ਕਰੀ ਬੈਠੇ ਆ ਉਹਨਾਂ ਦੇ ਭਰੋਸੇ ਤੇ ਪਹਿਲਾਂ ਖੜੇ ਹੋਈ ਔਰ ਅਮਲੀ ਜਾਮਾ ਪਲਾਨ ਦੀ ਕੋਸ਼ਿਸ਼ ਕਰੀਏ। ਸੋ ਉਹਦੇ ਕਰਕੇ ਮੈਂ ਕਈ ਵਾਰੀ ਤੁਹਾਡੇ ਨਾਲ ਚੈਨਲਾਂ ਤੇ ਲਾਈਵ ਨਹੀਂ ਹੋ ਪਾ ਰਿਹਾ। ਸੋ ਇਹ ਮਸਰੂਫੀਅਤ ਅਗਲੇ 15-20 ਦਿਨ ਜਦ ਤਾਈਂ ਜਿਹੜਾ ਮੇਰੇ ਕੋਲੇ ਬੱਚਾ ਜਿਹਦੀ ਚਿੱਠੀ ਡਿਊ ਹੈ ਉਹ ਸੰਪੂਰਨ ਤੌਰ ਤੇ ਹੈਂਡਲ ਨਹੀਂ ਹੁੰਦਾ, ਘੱਟੋ ਘੱਟ ਮੈਂ ਤਾਂ ਮੰਨਦਾ ਜੀ ਕਿ ਮੇਰਾ ਜਾਂ ਰੁਪਿੰਦਰ ਭਾਜੀ ਦਾ ਆਪ ਫਾਈਲ ਨੂੰ ਦੇਖਣਾ ਜ਼ਰੂਰੀ ਹੈ। ਸੋ ਮੈਂ ਕੋਈ ਇਹ ਨਹੀਂ ਹੈ ਵੀ ਤੁਹਾਡੀ ਫਾਈਲ ਨੂੰ, ਕਈਆਂ ਨੂੰ ਲਾਂਭਾ ਯਾਰ ਕਿ ਸਰ ਹਫਤਾ ਹੋ ਗਿਆ ਕਾਗਜ਼ ਦਿੱਤੇ ਨੂੰ, ਲਾਉਣ ਦਾ ਭਰਾ ਮੈਂ ਸ਼ਾਮੀ ਲਵਾ ਦਿੰਦਾ। ਰਾਈਟ। ਸੋ ਅਸੀਂ ਕੱਲਾ ਕੇਸ ਸਟੱਡੀ ਕਰ ਰਹੇ ਹਾਂ, ਬਾਕੀ ਪਰਮਾਤਮਾ ਮਾਲਕ ਹੈ ਜੀ। ਚਲੋ ਕਿਊਬਿਕ ਦੀ ਗੱਲ ਤੁਸੀਂ ਆਪ ਛੱਡੀਏ, ਮੈਂ ਜ਼ਰੂਰ ਡਿਸਕਸ ਕਰਾਂਗੀ ਕਿ ਕਿਹੜੇ ਡਾਕੂਮੈਂਟਸ ਜਿਹੜੇ ਕਿਸ ਤਰ੍ਹਾਂ ਕਵਿਤਾ ਹਰ ਕੇਸ ਸਪੈਸੀਫਿਕ ਹੈ, ਹਰ ਕੇਸ ਸਪੈਸੀਫਿਕ ਹੈ। ਜਿਨ੍ਹਾਂ ਨੇ ਨਿਊਜ਼ੀਲੈਂਡ ਕੀਤਾ ਨਾ ਉਹਨਾਂ ਨੂੰ ਨਿਊਜ਼ੀਲੈਂਡ ਯਾਦ ਆ ਗਿਆ। ਅਸੀਂ ਅੱਜ ਫਾਈਲ ਨੂੰ ਐ ਤਿਆਰ ਕਰ ਰਹੇ ਹਾਂ ਜਿਵੇਂ ਨਿਊਜ਼ੀਲੈਂਡ ਵੀਜ਼ੇ ਵੇਲੇ ਫਾਈਲ ਮੰਗਦਾ ਸੀ। 6 ਮਹੀਨੇ ਪੁਰਾਣੇ ਫੰਡਸ ਚਾਹੀਦੇ। 6 ਮਹੀਨੇ ਪੁਰਾਣੇ ਦੀ ਗੱਲ ਨਹੀਂ ਹੈ, ਫੀ ਕਿੱਥੋਂ ਗਈ, ਕਿੱਥੋਂ ਆਈ, ਕਿਵੇਂ ਗਈ, ਕਿਹੜੇ ਖਾਤੇ 'ਚ ਗਈ, ਰਸੀਦ ਕਿਵੇਂ ਆ, ਕੀ ਪੜਨ ਚੱਲਿਓ, ਕਿਉਂ ਪੜਨ ਚੱਲਿਓ, ਫਾਈਲ ਲਾਈ ਤੇ ਕਿੰਨੇ ਲਾਈ, ਤੇ ਬੈਂਕਿੰਗ ਭੇਜ ਦਿਓ ਤੇ ਸਪਾਂਸਰ ਦੀ ਜਾਣਕਾਰੀ ਦੇ ਦਿਓ। ਕੁੱਲ ਮਿਲਾ ਕੇ ਸਾਰਾ ਸ਼ਜਰਾ ਪਲੰਦਾ ਖੋਲ ਲਿਆ। ਰਾਈਟ। ਹੁਣ ਇਸ ਤੋਂ ਬਾਅਦ ਜੇ ਗਵਰਨਮੈਂਟ ਨੇ ਡਿਕਲਾਈਨ ਕਰਨਾ ਡਿਕਲਾਈਨ ਵੀ ਕਰ ਸਕਦੇ, ਪਰ ਜੇ ਡਿਕਲਾਈਨ ਕਰਨਾ ਹੁੰਦਾ ਵੈਸੇ ਵਿਹਲੇ ਕਰ ਦਿੰਦੇ। ਸਾਡੇ ਤੋਂ ਕੀ ਲੋੜ, ਸਾਨੂੰ ਜਵਾਬਦਾਰੀ ਥੋੜਾ ਉਹਨਾਂ ਦੀ। ਜੀ ਫਿਰ ਡਾਕੂਮੈਂਟਸ ਜਾਂ ਇਦਾਂ ਦੇ ਰਿਕੁਆਇਰਮੈਂਟ ਦੀ ਯੈਸ। ਸੋ ਲਾਈਵ ਕਾਲਸ ਲੈਣੇ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਹੈਲੋ। ਥੋੜਾ ਜਿਹਾ ਰੇਂਜ 'ਚ ਆ ਜਾਇਆ ਕਰੋ। ਕਾਲ ਨਾ ਲੈਣਾ ਜਾਂ ਕਾਲ ਨਾ ਥਰੂ ਹੋਣਾ ਸਾਨੂੰ ਵੀ ਮਾੜਾ ਲੱਗਦਾ ਕਿ ਪਤਾ ਨਹੀਂ ਤੁਹਾਡਾ ਜਿਹੜਾ ਸਵਾਲ ਹੈ ਉਹਦੇ 'ਚ ਸਾਨੂੰ ਕਿੰਨੀ ਜਾਣਕਾਰੀ ਮਿਲਣੀ ਸੀ, ਜਾਂ ਤੁਹਾਡੇ ਰਾਹੀਂ ਪੂਰੇ ਪੰਜਾਬ 'ਚ ਕਿੰਨੇ ਬੱਚਿਆਂ ਨੂੰ ਇਹ ਜਾਣਕਾਰੀ ਮੁਹੱਈਆ ਹੋਣੀ ਸੀਗੀ। ਸੋ ਇਸ ਮੰਚ ਤੇ ਲਾਈਵ ਹੋਣ ਦਾ ਕਾਰਨ ਹੀ ਹੁੰਦਾ ਕਿ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਾਂ। ਜੀ ਨੈਕਸਟ ਕਾਲਰ। ਹੈਲੋ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਮੈਨੂੰ ਪੁੱਛਣਾ ਹੈ ਕਿ ਅੱਜ ਆਪਾਂ ਜੇ ਫਾਈਲ ਲਗੇ ਤੇ ਜਨਵਰੀ ਇੰਟੇਕ ਲਈ 6 ਨਵੰਬਰ ਤੱਕ ਦਾ ਵੀਜ਼ਾ ਆ ਜਾਏਗਾ। ਸਤਿ ਸ਼੍ਰੀ ਅਕਾਲ ਕਾਕਾ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਅੰਮ੍ਰਿਤਸਰ ਤੋਂ ਬੋਲ ਰਿਹਾ। ਅੰਮ੍ਰਿਤਸਰ ਸਾਹਿਬ ਤੋਂ ਬੋਲ ਰਹੇ। ਕਿਹੜੇ ਸ਼ਹਿਰ ਜਾਣਾ ਚਾਹੁੰਦਾ, ਕੀ ਪੜ੍ਹਨਾ ਚਾਹੁੰਦਾ? ਜਨਵਰੀ ਇੰਟੇਕ 6 ਮਹੀਨੇ। ਮੈਂ ਐਮਬੀਏ ਦੀ ਪੁੱਛਣਾ ਚਾਹੁੰਦਾ ਹੈ। ਬੀਕਾਮ ਕੀਤੀ ਹੋਈ ਹੈ। ਓਕੇ। ਉਹਨੇ ਇੱਥੇ ਜੋਜੀ ਕੀਤੀ ਹੈ ਤੇ ਟੋਰਾਂਟੋ ਜਾਂ ਵੈਨਕੂਵਰ ਪੁੱਛਣਾ ਹੈ। ਮੈਂ ਅਗਲੇ ਹਫਤੇ ਅੰਮ੍ਰਿਤਸਰ ਆਉਣਾ ਵੀ ਹੈ, ਅਗਲੇ ਹਫਤੇ ਮੇਰੀ ਅੰਮ੍ਰਿਤਸਰ ਦੀ ਫੇਰੀ ਵੀ ਹੈ। ਸੋ ਤੂੰ ਬਾਕੀ ਮੇਰੀ ਟੀਮ ਨੂੰ ਮੁਹੱਈਆ ਮਿਲ ਸਕਦਾ ਹੈ। ਜਨਵਰੀ ਇਨਟੇਕ ਬਿਲਕੁਲ ਓਪਨ ਹੈ ਔਰ ਤੇਰਾ ਜਿਹੜਾ ਸਵਾਲ ਹੈ ਵੀ 6 ਮਹੀਨੇ 'ਚ ਹੋ ਜੂ, ਉਮੀਦ ਹੈ ਕਿ ਤੁਸੀਂ ਪੂਰੀ ਸਮੂਥਲੀ ਜਾਓਗੇ ਜੀ। ਰਾਈਟ। ਤੁਹਾਨੂੰ ਸਾਡਾ ਅੰਮ੍ਰਿਤਸਰ ਦਾ ਆਫਿਸ ਪਤਾ ਹੈ? ਫੋਨ ਡਿਸਕਨੈਕਟ ਹੋ ਜੀ, ਅਗਲੀ ਕਾਲ ਆਨ ਹੋ ਗਈ ਹੋਣੀ। ਹਾਂਜੀ ਤੁਸੀਂ ਅੰਮ੍ਰਿਤਸਰ ਇਹਨਾਂ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜਿੱਦਾਂ ਹੀ। ਸੋ ਕਵਿਤਾ ਇੱਕ ਅਨਾਉਂਸਮੈਂਟ ਸੌਰੀ ਮੈਂ ਆਪਣੇ ਭੈਣਾਂ ਭਾਈਆਂ ਨੂੰ ਕਰਨਾ ਚਾਹੁੰਦਾ ਵੀ ਆਏ ਮੰਗਲਵਾਰ ਨੂੰ ਮੈਂ ਦੁਆਬੇ ਜਲੰਧਰ 'ਚ ਜ਼ਰੂਰ ਮਿਲਦਾ ਤੁਹਾਨੂੰ, ਔਰ ਕੋਸ਼ਿਸ਼ ਕਰਾਂਗਾ ਜੀ ਆਏ ਸ਼ੁੱਕਰਵਾਰ ਲੁਧਿਆਣੇ ਜ਼ਰੂਰ ਮਿਲਾਂ, ਕਿਉਂਕਿ ਹਰ ਬ੍ਰਾਂਚ ਨਹੀਂ ਜਾ ਹੋ ਪਾਉਂਦਾ। ਥੋੜਾ ਜਿਹਾ ਪੈਂਡਾ ਤੁਸੀਂ ਕੱਟ ਲਓ, ਥੋੜਾ ਜਿਹਾ ਪੈਂਡਾ ਮੈਂ ਕੱਟ ਲੈਣਾ, ਸੋ ਰਲ ਮਿਲ ਬਹਿ ਜਾਂਗੇ। ਆਏ ਮੰਗਲਵਾਰ ਨੂੰ ਮੈਂ ਜਲੰਧਰ ਜ਼ਰੂਰ ਮਿਲੂੰਗਾ ਜੀ। ਨੈਕਸਟ ਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਵਾਲ ਦੱਸੋ ਪਲੀਜ਼। ਹਾਂਜੀ ਮੈਂ ਸਵਾਲ ਮੇਰਾ ਇਹ ਸੀਗਾ ਕਿ ਮੇਰੀ ਫਾਈਲ ਲੱਗੀ ਹੋਈ ਹੈ, ਮੈਡੀਕਲ ਅਪਡੇਟ ਹੋ ਗਿਆ, ਬਾਇਓਮੈਟ੍ਰਿਕ ਵੀ ਹੋ ਗਿਆ, ਫਰਵਰੀ 'ਚ ਲੱਗੀ ਸੀ ਫਾਈਲ, ਤੇ ਕਿੰਨਾ ਟਾਈਮ ਲੱਗੂਗਾ? ਮੈਂ ਤੇ ਕੀ ਅੰਬੈਸਡਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਕੀ ਹਾਲ ਹੈ? ਕਿੱਥੋਂ ਬੋਲ ਰਹੇ ਹੋ? ਕਿੱਥੋਂ ਬੋਲ ਰਹੇ ਹੋ? ਹੈਲੋ। ਹਾਂਜੀ ਕਾਕਾ ਜੀ, ਸੋ ਕਿੱਥੋਂ ਬੋਲ ਰਹੇ ਹੋ ਪੁੱਛ ਰਿਹਾ ਸੀ, ਪਰ ਤੁਹਾਡਾ ਸਵਾਲ ਦਾ ਜਵਾਬ ਮੈਂ ਦੇ ਦਿੰਦਾ। ਇਹਦਾ ਕੋਈ ਜਵਾਬ ਨਹੀਂ ਹੈ। ਇਹ ਸਵਾਲ ਲਾਜਵਾਬ ਹੈ, ਮਤਲਬ ਇਹ ਪਤਾ ਨਹੀਂ ਕਿਹੜਾ ਸਵਾਲ ਹੈ ਜਿਹੜਾ ਜਵਾਬ ਹੀ ਹੈ ਨਹੀਂ। ਉਹਦਾ ਕਾਰਨ ਹੈ ਅੰਬੈਸੀ ਨੇ VFS ਓਪਨ ਕਰਤੇ, ਬਾਇਓਮੈਟ੍ਰਿਕ ਦੀ ਅਪਾਇੰਟਮੈਂਟਸ ਦੇਣੀਆਂ ਸ਼ੁਰੂ ਕਰਤੀਆਂ, ਪਰ ਕੌਂਸੂਲੇਟਸ ਨਹੀਂ ਓਪਨ ਹੋਈਆਂ ਹਾਲੇ। कॉन्सुलेट्स आर नॉट प्रोसेसिंग एप्लीकेशंस, राइट। सो वो कदों करते हैं? उन्होंने आप दी 21 जुलाई की एक डेट देती कि असी फ्लाइट्स ਨੂੰ ਰਿਜ਼ਿਊਮ ਕਰਨ ਦੀ ਕੋਸ਼ਿਸ਼ ਕਰਾਂਗੇ। ਵੈਕਸੀਨੇਟਡ ਪੈਸੰਜਰ ਜਾ ਸਕਦੇ हैं ਬਟ ਐਗਜ਼ੈਂਪਟ ਪੈਸੰਜਰ ਜਾਣਗੇ, ਨॉन ਐਗਜ਼ੈਂਪਟ ਨਹੀਂ ਜਾ ਸਕਦੇ। ਮੇਰੇ ਵਰਗਾ ਘੁੰਮਣ ਨਹੀਂ ਜਾ ਸਕਦਾ, ਜੇ ਮੈਂ ਘੁੰਮਣ ਜਾਣ ਦੇ ਖਾਬ ਲੈ ਰਿਹਾ ਉਹ ਨਹੀਂ ਪੂਰੇ ਕਰ ਸਕਦਾ ਜੀ। ਜੀ ਸੋ ਤੁਸੀਂ ਕਾਲ ਕਰਦੇ ਰਹੋ ਜੀ। ਨੈਕਸਟ ਕਾਲ ਚੈੱਕ ਕੋਈ ਹੈਲੋ ਹੈਲੋ। ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ?
ਬੇਟਾ ਜਿਹੜੀ ਤੁਹਾਨੂੰ ਡਾਕੂਮੈਂਟ ਰਿਕੁਐਸਟ ਲੈਟਰ ਆਈ ਹੈ ਆਪ ਤੇ ਕੰਸਲਟੈਂਟ ਨਾਲ ਸਲਾਹ ਕਰਕੇ ਜਿੰਨੇ ਵੱਧ ਤੋਂ ਵੱਧ ਬੇਟਾ ਠੋਸ ਕਾਰਗਰ ਸਬੂਤ ਲਾ ਸਕਦੇ ਹੋ, ਜਿੰਨੇ ਵੱਧ ਤੋਂ ਵੱਧ ਡਾਕੂਮੈਂਟਸ ਅਸੀਂ ਲਾ ਸਕਦੇ ਹਾਂ। ਕਾਲੀ ਨਾ ਪਾਓ। ਮੇਰੇ ਨਾਲ ਵੀ ਬੜਾ ਉਲਾਂਭਾ ਬੱਚਿਆਂ ਨੂੰ ਕਿ ਨਵਨੀਤ ਸਰ ਕਾਗਜ਼ ਦਿੱਤੇ ਨੂੰ ਹਫਤਾ ਹੋ ਗਿਆ, ਸਰ ਕਾਗਜ਼ ਦਿੱਤੇ ਨੂੰ 15 ਦਿਨ ਹੋ ਗਿਆ। ਮੇਰੀ ਟੀਮ ਵੀ ਮੇਰੇ ਤੋਂ ਨਾਰਾਜ਼ ਹੋ ਜਾਂਦੀ ਕਈ ਵਾਰੀ, ਸਰ ਟਾਈਮ ਬਹੁਤ ਲੱਗ ਰਿਹਾ ਹੈ, ਆਪਾਂ ਇਹਨੂੰ ਪ੍ਰੋਸੈਸ ਕਰ ਦਈਏ। ਕਾਰਨ ਕੀ ਹੈ? ਜੇ ਮੈਂ ਪਹਿਲਾ ਪ੍ਰੋਗਰਾਮ ਬੇਟਾ ਰਿਵਾਈਂਡ ਕਰਕੇ ਦੇਖਿਓ YouTube ਤੇ, ਹੁਣੇ ਸਾਡੇ ਮੰਚ ਤੇ ਵੀ ਕਈਆਂ ਰਾਤੀ 9 ਵਜੇ ਫੇਰ ਪੌਣੇ 9 ਵਜੇ ਜਿੰਨੇ ਵਜੇ ਆਉਂਦਾ, ਉਹਦੇ 'ਚ ਵੀ ਇਹ ਜਵਾਬ ਤੁਹਾਨੂੰ ਕਲੀਅਰ ਮਿਲ ਜੂਗਾ ਕਿ ਕਾਗਜ਼ ਪੂਰੀ ਕਰਨ 'ਚ ਕੁਤਾਹੀ ਨਾ ਵਰਤੋ। ਡੈਡਲਾਈਨ ਤੋਂ ਪਹਿਲਾਂ ਪੂਰੇ ਡਾਕੂਮੈਂਟਸ ਲਾ ਦਿਓ, ਕਿਉਂਕਿ ਇਹਦਾ ਉਹਨਾਂ ਨੇ ਕਿਹੜੇ ਆਧਾਰ ਤੇ ਮੁਲਾਂਕਣ ਕਰਨਾ ਇਹਦੇ ਕੋਈ ਮਾਪਦੰਡ ਨਹੀਂ ਹੈ। ਇਹ ਕਿਹੜੇ ਆਧਾਰ ਤੇ ਮੁਲਾਂਕਣ ਹੋਣਾ ਇਹਦਾ ਕੋਈ ਮਾਪਦੰਡ ਪੈਮਾਨਾ ਤੈਅ ਨਹੀਂ। ਟਾਈਮ ਉਹਨਾਂ ਨੇ ਦਿੱਤਾ ਵੀ ਇੰਨੇ ਟਾਈਮ ਤੱਕ ਸਾਨੂੰ। ਪੁਆਇੰਟ ਇਹ ਹੈ ਉਹਨਾਂ ਦੀ ਇਹਦੇ ਪਿੱਛੇ ਕੀ ਸੋਚ ਹੈ, ਕੀ ਇਨਵੈਸਟੀਗੇਸ਼ਨ ਹੈ, ਜਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ, ਬੈਨ ਲੱਗਣੇ ਬੱਚਿਆਂ ਨੂੰ ਵੀਜ਼ਾਸ ਗ੍ਰਾਂਟ ਕਰਨੇ ਆ। ਮੇਰੇ ਕੋਲ ਇੱਕ ਮੁੰਡਾ ਆਇਆ ਦੀਪਕ, ਕਾਫੀ ਦੇਰ ਤੋਂ ਕੰਮ ਕਰ ਰਿਹਾ, ਹੁਣੇ ਬੈਠ ਕੇ ਉੱਠਿਓ ਆਫਿਸ ਤੋਂ, ਕਹਿੰਦਾ ਭਾਜੀ ਬਾਜ਼ਾਰ 'ਚ ਖਬਰ ਆ ਸਾਰੇ ਰਿਫਿਊਜ਼ ਹੋਣੇ। ਮੈਂ ਕੋ ਵਿਹਲੇ ਆ, ਜੇ ਰਿਫਿਊਜ਼ ਕਰਨਾ ਵੈਸੇ ਕਰ ਸਕਦੇ, ਆਤੇ ਕਿਹੜਾ ਰਿਫਿਊਜ਼ਲ ਨਹੀਂ ਹੁੰਦੀ। ਸੋ ਪਤਾ ਨਹੀਂ ਯਾਰ, ਪ੍ਰਮਾਤਮਾ ਜਾਣਦਾ ਕੀ ਹੋਣਾ ਕੀ ਨਹੀਂ ਹੋਣਾ। ਹੁਣ ਰਿਫਿਊਜ਼ਲ ਦਾ ਰੌਲਾ ਤਾਂ ਪਾ ਰਹੀ ਮੈਂ ਟਾਈਮ ਸਿਰ ਯੂਕੇ ਚਲ ਜਾਓ, ਇਹ ਇਸ ਕਰਕੇ ਰਿਫਿਊਜ਼ਲ ਦਾ ਰੌਲਾ ਪੈ ਰਿਹਾ। ਸੋ ਮੇਰੇ ਕੋਲੇ ਕੋਈ ਗਾਰੰਟੀ ਨਹੀਂ ਵੀ ਪਹਿਲੀ ਗੱਲ ਨਤੀਜੇ ਕਿੰਨੇ ਦਿਨ ਚ ਆਉਣੇ ਨੇ। ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਪਾਰਟ ਆਫ ਡਿਸੀਜਨ ਮੇਕਿੰਗ ਹੈ, ਮੈਨੂੰ ਨਹੀਂ ਪਤਾ। ਰਾਈਟ, ਇਹਦੇ ਤੋਂ ਬਾਅਦ ਬੈਨ ਲੱਗਣੇ ਕੁਝ ਬੱਚਿਆਂ ਨੂੰ, ਇਹ ਨਹੀਂ ਪਤਾ। ਇਹਦੇ ਤੋਂ ਬਾਅਦ ਗ੍ਰਾਂਟਸ ਕਿੰਨੀ ਦੇਰ ਨੂੰ ਆਉਣੀ ਹੈ, ਇਹ ਨਹੀਂ ਪਤਾ। ਕੌਂਸੂਲੇਟ ਕਦੋਂ ਖੁਰਨੀ, ਇਹ ਨਹੀਂ ਪਤਾ। ਹੁਣ ਇਹਨਾਂ ਕਹਿੰਦੇ ਸ਼ੋਅ ਤੇ ਕਾਹਨੂੰ ਬੈਠੇ ਹੋ ਜੇ ਪਤਾ ਹੀ ਨਹੀਂ। ਬਟ ਇਹ ਨਾ ਵੀ ਤੁਸੀਂ ਕੋਰਸ ਪੁੱਛਿਆ ਕਰੋ, ਕਾਲਜ ਪੁੱਛਿਆ ਕਰੋ, ਜਿਹਦੇ ਬਾਰੇ ਇਨਫੋਰਮੇਸ਼ਨ ਹੈਗੀ ਉਹਨਾਂ ਨੂੰ। ਕਿਹੜੀ ਗੱਲ ਕਹਿ ਗਏ ਲੋਕਾਂ ਨੂੰ ਗੰਦਲਾ ਪੈ ਜਾਂਦੀਆਂ ਗੱਲ ਕਹਿੰਦੇ ਆ, ਉਹਦਾ ਕਾਰਨ ਹੈ ਕਿਹੜਾ ਕੰਸਲਟੈਂਟ ਮੈਨੂੰ ਤਰੀਕ ਦੱਸ ਦੇ ਵੀ ਕਿਦਾਂ ਕੌਂਸੂਲੇਟ ਖੋਲੂਗੀ। ਉਹ ਭਰਾ ਉਹੀ ਟਵੀਟਰ ਹੈਂਡਲ ਤੁਹਾਨੂੰ, ਉਹੀ ਟਵੀਟਰ ਹੈਂਡਲ ਮੈਨੂੰ। ਮੇਰੇ ਘਰੇ ਕੋਈ ਖਬਰ ਦੇਣ ਨਹੀਂ ਆਉਂਦੇ ਹੋ ਜੀ। ਨੈਕਸਟ ਕਾਲਰ। ਹੈਲੋ। ਸੋ ਆਵਾਜ਼ ਇੱਕ ਵਾਰ ਫਿਰ ਤੋਂ ਮਿਸ ਸੀ, ਤੁਸੀਂ ਦੁਬਾਰਾ ਕਾਲ ਕਰ ਲਓ ਅਗਰ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਤੇ ਫਿਲਹਾਲ ਜੀ ਤੁਸੀਂ ਸ਼ੋਅ ਦੇਖ ਰਹੇ ਹੋ ਸਾਡਾ ਦੇਸ਼ ਪ੍ਰਦੇਸ਼ ਲਾਈਵ ਗੋ ਗਲੋਬਲ ਤੋਂ। ਮਿਸਟਰ ਨਵਨੀਤ ਸਾਡੇ ਨਾਲ ਨੇ। ਸੋ ਕੈਨੇਡਾ ਦੀ ਗੱਲ ਚੱਲ ਰਹੀ ਸੀ ਜੀ, ਸੈਪਟੈਂਬਰ ਇਨਟੇਕ ਦੇ ਰਿਜ਼ਲਟਸ ਕਵਿਤਾ, ਸੈਪਟੈਂਬਰ ਦੀਆਂ ਹਾਲੇ ਆਫਰਸ ਵੀ ਆ ਰਹੀਆਂ, ਸੈਪਟੈਂਬਰ ਦੀ ਹਾਲੇ ਫਾਈਲਾਂ ਵੀ ਲੱਗ ਰਹੀਆਂ। ਅੱਛਾ, ਪਹਿਲੀ ਗੱਲ ਤਾਂ ਇਹ ਨਹੀਂ ਹੈ ਵੀ ਸੈਪਟੈਂਬਰ ਇਨਟੇਕ ਕਲੋਜ਼ ਹੋ ਗਈ, ਕੋਈ ਇਹੋ ਜਿਹੀ ਨਿਊਜ਼ ਨਹੀਂ ਹੈ। ਉਹਦਾ ਕਾਰਨ ਹੈ ਕਿ ਅੱਜ ਤੁਸੀਂ ਕਾਲਜਸ ਦੀ ਮੇਲ ਪੜੋ। ਅੱਜ ਸਵੇਰੇ ਨਾ ਮੈਨੂੰ ਇੱਕ ਸ਼ੈਰਡਨ ਕਾਲਜ ਤੋਂ ਮੇਲ ਆਈ, ਮੈਂ ਕਿਸੇ ਨੂੰ ਹੱਸ ਰਿਹਾ ਸੀ, ਮੈਂ ਕਿਹਾ ਬੜੀ ਪੜ੍ਹੀ ਲਿਖੀ ਈਮੇਲ, ਅੱਧੇ ਘੰਟੇ ਨੂੰ ਸਮਝ ਨਹੀਂ ਆਉਣੀ। ਉਹਨਾਂ ਨੇ ਕਲੀਅਰ ਕਰਤਾ ਬਲੈਂਡਡ ਕਿਹੜਾ ਹੈ, ਪਿਓਰਲੀ ਆਨਲਾਈਨ ਕਿਹੜਾ, ਪਿਓਰਲੀ ਔਨ ਕੈਂਪਸ ਕਿਹੜਾ ਹੈ, ਉਹਦੀਆਂ ਵਿਡਰੋਅਲ ਪਾਲਿਸੀਜ਼ ਕੀ ਹੋਣਗੀਆਂ, ਰਿਫੰਡ ਪਾਲਿਸੀਜ਼ ਕੀ ਹੋਣਗੀਆਂ, ਕੰਪਲਾਈਂਸ ਪਾਲਿਸੀਜ਼ ਕੀ ਹੋਣਗੀਆਂ, ਟਰੈਵਲ ਦਾ ਇੰਪੈਕਟ ਕੀ ਰਹੇਗਾ। ਸਾਰੇ ਕਾਲਜਾਂ ਨੇ ਇੱਕ ਪ੍ਰੋਸੈਸ ਬਣਾਇਆ। ਸਾਡੇ ਏਜੰਟਾਂ ਨੇ YouTube ਜਾਂ Facebook ਤੇ ਲਾ ਕੇ ਕਟਾਕਸ਼ ਨਵੀਂ ਸਲਾਹ ਸਕਿੰਟ ਨਹੀਂ ਲਾਉਣਾ। ਹੁਣ ਵੀ YouTube ਤੇ 5 7 10 ਭਗਤ ਲੱਗੇ ਹੋਣੇ ਮੇਰੇ ਵਾਂਗੂ ਰੌਲਾ ਪਾਉਣ, ਆਪਦੀ ਡੁਗ ਡਿਗ ਵਜਾਉਣ। ਮੈਂ ਵੀ ਲੱਗਾ ਹੁੰਦਾ ਜੀ, ਮੈਂ ਵੀ ਸ਼ਾਮੀ 4-5 ਵਜੇ ਲਾਈਵ ਹੋ ਜਾਂਦਾ, ਕੋਈ ਨਵੀਂ ਗੱਲ ਸੁਣਾ ਜਾਂਦਾ। ਬਟ ਸਵਾਲ ਇਹ ਹੈ ਜਿਹੜਾ ਤੁਹਾਡਾ ਮੂਲ ਸਵਾਲ ਹੋਣਾ ਚਾਹੀਦਾ, ਪੜਾਂ ਕੀ, ਲਾਹਾ ਕੀ ਤੇ ਕਿਉਂ, ਉਹ ਗਵਾਚ ਗਿਆ। ਮੈਂ ਇੱਕ ਸ਼ੋਅ ਕੀਤਾ ਕਵਿਤਾ ਪੰਜਾਬ 'ਚ, ਮੈਂ ਕੱਲ ਆਪਦੇ ਜਲੰਧਰ ਆਫਿਸ ਬੈਠਾ, ਆਪਦੀ ਜਿਹੜੀ ਕੁੜੀਆਂ ਤੁਹਾਨੂੰ ਕਾਲ ਕਰਦੀਆਂ ਟੈਲੀਕਾਲਿੰਗ ਟੀਮ ਨਾਲ ਬੈਠੀਆਂ, ਮੈਂ ਕਿਹਾ ਬੇਟਾ ਲੋਕਾਂ ਨੂੰ ਫੀਸ ਦਾ ਕਿੰਨਾ ਕੁ ਫਰਕ ਪੈਂਦਾ? ਕਹਿੰਦੇ ਸਰ ਜ਼ਿਆਦਾ ਨਹੀਂ, ਕਿਉਂਕਿ ਪਾਪਾ ਨੇ ਭਰਨੇ ਹੁੰਦੇ ਆ। ਸੋ ਆਈ ਵਾਸ ਸ਼ੌਕਡ ਟੂ ਨੋ। ਮੈਂ ਇੱਕ ਸ਼ੋਅ ਕੀਤਾ, ਮੈਂ ਅੱਜ ਚੜ੍ਹਦੀ ਕਲਾ ਦੇ ਮੰਚ ਤੇ ਕਹਿ ਕੇ ਜਾ ਰਿਹਾ ਕਿ $7,500 ਚ ਕਿਊਬੈਕ ਦਾ ਵਰਕ ਰੇਟਸ ਵਾਲਾ ਕਾਲਜ ਹੈ। ਮੈਨੂੰ ਇੱਕ ਕਾਲ ਨਹੀਂ ਆਈ। ਅੱਛਾ, ਸਵਾਲ ਇਹੀ ਜੀ ਸਤੰਬਰ ਚ ਪਹੁੰਚ ਜੂ ਵੀ ਇੱਕ ਪਾਸੇ $17,000 ਦੇਣ ਨੂੰ ਆਪਾਂ ਤਿਆਰ ਬੈਠੇ ਵੀ ਸਤੰਬਰ ਜਾਣਾ ਹੈ, ਪਰ ਪਿਓ ਦਾ $10,000 ਬਚਾਉਣਾ ਨਹੀਂ। ਰਾਈਟ, ਨਾ ਆਪਾਂ ਕੋਰਸ ਪੁੱਛ ਰਹੇ ਹਾਂ, ਨਾ ਆਪਾਂ ਉਹਦੀ ਆਊਟਕਮ ਪੁੱਛ ਰਹੇ ਹਾਂ। ਸਵਾਲ ਕੀ ਪੁੱਛ ਰਹੇ ਹਾਂ? ਆਫਰ ਆਜੂ ਪਹੁੰਚ ਜੂ, ਆਫਰ ਆਜੂ ਪਹੁੰਚ ਜੂ, ਕੀ ਹੋ ਜੂਗਾ, ਕਿਹੜਾ ਮਸਲਾ ਹੱਲ ਹੋ ਜੂਗਾ? ਤੁਹਾਡੇ ਪਹੁੰਚਣ ਨਾਲ ਮੇਰੀ ਦੁਕਾਨਦਾਰੀ ਚੱਲਦੀ ਹੈ, ਮੇਰਾ ਮਸਲਾ ਹੱਲ ਹੋ ਜੂਗਾ, ਤੁਹਾਡਾ ਹੋਵੇ ਨਾ। ਹੈਲੋ ਮੈਡਮ, ਟੀਵੀ ਦੀ ਆਵਾਜ਼ ਹੌਲੀ ਕਰੋ। ਹੈਲੋ ਹਾਂਜੀ, ਹੁਣ ਦੱਸੋ ਸਵਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਮੈਮ। ਹਾਂਜੀ ਸਵਾਲ ਦੱਸ ਦਿਓ ਪਲੀਜ਼। ਮੈਮ ਮੈਂ ਜਿਹੜੇ ਕੁਝ ਮੈਂ ਮੰਗੇ ਨਾ ਜਿਹੜੇ ਗੂਗਲ ਵਾਲਾ ਤੋਂ, ਹਾਂਜੀ ਇਹਨਾਂ ਬਾਰੇ ਕੁਝ ਬੇਟਾ ਇਹਦੇ ਬਾਰੇ ਕੀ ਜਾਣਕਾਰੀ ਚਾਹੁੰਦੇ ਹੋ? ਇਹ ਹਰ ਫਾਈਲ ਦਾ ਸੈਪਰੇਟ ਕੇਸ ਹੈ। ਤੁਹਾਡਾ ਫੀਸ ਕੀ ਹੈ, ਤੁਹਾਡੇ ਪੇਰੈਂਟਸ ਦੇ ਫੰਡ ਕੀ ਹੈ, ਆਮਦਨ ਕੀ ਹੈ, ਸਪਾਂਸਰ ਕੀ ਹੈ। ਐਕਚੁਅਲ ਜਿਹਨਾਂ ਕੈਨੇਡਾ ਨੇ ਪਹਿਲੀ ਵਾਰੀ ਫਾਈਲਿੰਗ ਵਾਲੇ ਸਵਾਲ ਪੁੱਛੇ, ਅੱਧਿਆਂ ਨੂੰ ਆਊਟ ਆਫ ਸਿਲੇਬਸ ਆ ਗਿਆ। ਪਹਿਲੀ ਵਾਰੀ ਇਹਨਾਂ ਨੇ ਸਿਲੇਬਸ ਵਾਲੇ ਸਵਾਲ ਤੋਂ ਬਾਹਰ ਪੁੱਛ ਲਏ ਲੋਕਾਂ ਨੂੰ। ਇਹ ਜਿਹੜੇ ਆਸਟ੍ਰੇਲੀਆ ਕਰਦੇ ਹਨ, ਨਿਊਜ਼ੀਲੈਂਡ ਦੇ ਸਾਡੇ ਵਾਂਗੂ ਭੋਗੀ ਰਹੇ ਆ ਜਾਂ ਕਾਮੀ ਕਾਜੀ, ਉਹਨਾਂ ਨੂੰ ਤਾਂ ਸਮਝ ਆ ਗਈ ਕਿ ਉਹਨਾਂ ਨੇ ਦੁਬਾਰਾ ਅੱਧਾ ਮਿੰਟ ਲਾ ਦੇਣਾ, ਕਿਉਂਕਿ ਹਾਲੇ ਵੀ ਲੱਗਦਾ ਪੰਜਾਬ 'ਚ ਕੰਸਲਟੈਂਟ ਭਰਾ ਸਮਝਾਉਣ 'ਚ ਕਾਮਯਾਬ ਨਹੀਂ ਹੈ। ਪਹਿਲੀ ਚੀਜ਼ ਮੰਗੀ ਤੁਹਾਡਾ ਸਪਾਂਸਰ ਕੌਣ ਹੈ? ਪਿਤਾ, ਮਾਤਾ, ਮਾਮਾ, ਚਾਚਾ, ਤਾਇਆ, ਫੁੱਫੜ, ਨਾਨਾ, ਦਾਦੀ।
ਉਹਦੇ ਨਾਲ ਤੁਹਾਡਾ ਰਿਲੇਸ਼ਨ ਕੀ ਹੈ, ਆਧਾਰ ਕਾਰਡ ਪ੍ਰੂਫ ਕਰੇਗਾ, ਪਾਸਪੋਰਟ ਅਪਰੂਵ ਕਰੇਗਾ। ਉਦੋਂ ਬਾਅਦ ਤੁਹਾਡੀ ਜਿਹੜੀ ਫੀ ਰਸੀਟ ਹੈ ਉਹ ਕਿੱਥੋਂ ਗਈ, ਜਿਵੇਂ ਕਵਿਤਾ ਨੇ ਆਪਦੇ ਲੈਟਸ ਸੇ ਭੈਣ ਭਰਾ ਦੀ ਫੀਸ ਭਰੀ ਹੈ, ਆਪਦੇ ਬੱਚੇ ਦੀ ਫੀਸ ਭਰੀ ਹੈ, ਆਪ ਦੀ ਫੀਸ ਭਰੀ, ਉਹ ਬੈਂਕ ਚੋਂ ਨਿਕਲ ਕੇ ਫੋਰਨ ਐਕਸਚੇਂਜ ਨੂੰ ਗਏ, ਫੋਰਨ ਐਕਸਚੇਂਜ ਤੋਂ ਕਾਲਜ ਨੂੰ ਗਏ, ਰਸੀਦ ਲੱਗ ਗਈ, GIC ਗਈ ਉਹ ਲੱਗ ਗਈ, ਪੇਰੈਂਟਸ ਦੀ ITR ਫਾਰਮ 16 J ਫਾਰਮ ਜਾਂ ਤਹਿਸੀਲਦਾਰ ਸਰਟੀਫਿਕੇਟ ਜੋ ਲੱਗਾ ਸੀ ਉਹ ਲੱਗ ਗਿਆ, ਆਮਦਨ SOP ਕਲੀਅਰ ਹੋ ਗਈ। ਉਸ ਤੋਂ ਬਾਅਦ 6 ਮਹੀਨੇ ਦੀ ਸਟੇਟਮੈਂਟ ਜੋ ਤੁਹਾਡੇ ਕੋਲ ਹੈਗੀ ਆ, ਜੋ ਤੁਹਾਡੇ ਸਪਾਂਸਰਸ ਹੈ, ਮੇਰੀ ਫਾਈਲ 'ਚ ਲੈਟਸ ਸੇ 3 ਸਪਾਂਸਰਸ ਹੈ, ਉਹਦੇ 'ਚ FD ਬੈਂਕ ਸਟੇਟਮੈਂਟ ਜਾਂ ਤੁਹਾਡੇ ਕੋਲ ਮਿਊਚੁਅਲ ਫੰਡ ਜਾਂ ਕਿਸੇ ਹੋਰ ਡਾਕਖਾਨੇ 'ਚ ਜੇ ਕੋਈ ਸਬਸਟੈਂਸ਼ੀਅਲ ਅਮਾਉਂਟ ਪਿਆ ਉਹ ਲੱਗੂਗਾ, ਪਲੱਸ GIC ਜ਼ਰੂਰ ਲਾ ਦਿਓ ਕਿ ਮੇਰੇ ਕੋਲ ਇਹ ਵੀ ਤਾਂ $10,200 ਸੇਵਿੰਗ ਪਈ ਹੈ। ਸੋ ਬੱਚੇ ਉਹਦੇ ਘਰੇ ਉਹ ਤਾਂ ਲੱਗ ਗਈ ਜੀ, ਉਹ ਵਰਤੇ ਕਿੱਥੇ ਹਾਲੇ ਜੇ ਉਹ ਪੁੱਛੂਗਾ ਵੀ ਸੈਕੰਡ ਈਅਰ ਲਈ ਕਿੱਥੇ, ਭਰਾ 6 ਮਹੀਨੇ ਤਾਂ ਮੈਂ ਇੰਡੀਆ ਪੜ੍ਹ ਲਿਆ। ਹੁਣ ਜਿਹੜਾ ਬੱਚਾ 6 ਮਹੀਨੇ ਇੰਡੀਆ ਪੜ੍ਹ ਚੁੱਕਾ ਹੈ ਉਹਦੇ ਕੋਲ ਦੀ ਲਿਵਿੰਗ ਕਾਸਟ ਤਾਂ ਪਈ ਹੈ ਕਿ ਕਹਿਣਗੇ ਵੀ ਇਹ ਤਾਂ ਕਾਂਟਾ ਜ਼ੀਰੋ ਹੋ ਗਿਆ, ਨਵੀਂ ਪਾ ਦਿਓ। ਇੱਕ ਸਵਾਲ ਹੈ ਕਿ ਬੱਚਿਆਂ ਕੋਲ ਫੰਡ ਨਹੀਂ ਹੈ। ਕਿਸੇ ਨੇ ਟੈਕਨੀਕਲੀ ਇਹ ਸੋਚਿਆ ਖਾਸ ਕਰ ਉਹਨਾਂ ਕੇਸਾਂ 'ਚ ਜਿਹੜੇ ਬੱਚਿਆਂ ਨੇ ਕਲਾਸਿਸ ਰਿਜ਼ਿਊਮ ਕਰ ਲਈਆਂ ਸੀ ਜਾਂ ਕੰਟੀਨਿਊ ਕਰ ਲਈਆਂ ਸੀ, ਆਨਲਾਈਨ ਪੜ੍ਹ ਲਿਆ, ਜੋ ਮਰਜ਼ੀ ਕਹਿ ਲਓ, ਉਹ ਇੱਕ ਸਮੈਸਟਰ ਇੱਥੇ ਪੜ੍ਹ ਚੁੱਕੇ ਹੈ, $5,000 ਤਾਂ ਜਿਹੜੇ ਉਹਨਾਂ ਨੂੰ ਮਿਲਣੇ ਸੀ ਉਹ ਤਾਂ ਹਾਲੇ ਵੀ ਪਏ ਹੈ, ਜਾ ਕੇ ਡੈਫੀਨਿਟਲੀ ਤਾਂ ਪੈਸੇ ਉਹਨਾਂ ਦੇ ਹੈ। ਸੋ ਜ਼ਰੂਰ ਲਾ ਗ੍ਰੇਟ। ਸੋ ਅੱਛਾ, ਅਗਰ ਹੁਣ ਡਾਕੂਮੈਂਟਸ ਪ੍ਰੋਪਰ ਅਗਰ ਨਹੀਂ ਵੀ ਡਿਪੋਜ਼ਿਟ ਹੁੰਦੇ ਤਾਂ ਮਾਈਟ ਵੀ ਚਾਂਸਸ ਵੀ ਜਿਹਦੇ ਡਿਪੋਜ਼ਿਟ ਨਹੀਂ ਹੋਏ ਉਹ ਡਿਕਲਾਈਨ ਕਰਤੇ ਜਾਣਗੇ ਨਾਨ ਕੰਪਲਾਈਂਸ ਕਰਕੇ। ਅੱਛਾ, ਫਿਰ ਉਹ ਚਾਹੇ ਏਜੰਟ ਕਰਵਾਉਣਗੇ ਕਿਉਂ ਕਰਵਾਉਣਗੇ? ਜਿਨ੍ਹਾਂ ਦੇ ਕਾਗਜ਼ ਝੂਠੇ ਹੈ, ਓਕੇ, ਜਿਹਨਾਂ ਦੇ ਕਾਗਜ਼ ਝੂਠੇ, ਜਿਹਨਾਂ ਦੀ ਫੀ ਰਸੀਦਾਂ ਝੂਠੀਆਂ, ਪੈਕੇਜ ਵਾਲਿਆਂ ਨੇ ਕਾਗਜ਼ ਨਾ ਅਪਡੇਟ ਕਰਕੇ ਬੱਚੇ ਡਿਕਲਾਈਨ ਕਰਾ ਦੇਣਾ, ਕਿਉਂਕਿ ਜੇ ਉਹ ਕਰਦੇ ਆ ਤਾਂ ਮਰਦੇ ਆ, ਜੇ ਨਹੀਂ ਕਰਦੇ ਬੱਚਾ ਵੈਸੇ ਵੀ ਡਿਕਲਾਈਨ ਹੁੰਦਾ, ਕਰਦੇ ਆ ਤਾਂ ਸ਼ਾਇਦ ਬੈਨ ਨਾ ਲੱਗ ਜੇ ਜੀ। ਨੈਕਸਟ ਕਾਲਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਬਿਲਕੁਲ ਲਾਈਵ ਪ੍ਰੋਗਰਾਮ ਚੱਲਦਾ ਪਿਆ, ਕੀ ਸਵਾਲ ਹੈ ਤੁਹਾਡਾ? ਮੈਂ ਜੀ ਆਇਆ ਹਾਂ ਜੀ, ਵਿਦਆਊਟ ਆਇਲਸ ਕਿਹੜੀ ਕੰਟਰੀ ਦਾ ਬੈਟਰ ਹੋਵੇ? ਬ੍ਰਦਰ, ਕੀ ਪੜ੍ਹੇ ਹੋਏ ਹੋ, ਕੀ ਪ੍ਰੋਫਾਈਲ ਹੈ, ਕਿੰਨੀ ਉਮਰ ਹੈ ਛੋਟੇ ਵੀਰ? ਮੈਂ +2 ਪਾਸ ਹਾਂ ਜੀ। ਕਿਹੜੇ ਸਾਲ 'ਚ ਕੀਤੀ ਕਾਕਾ ਜੀ? ਕਿਹੜੇ ਸਾਲ 'ਚ ਕੀਤੀ ਹੈ ਜੀ? 2020 ਚ। 2020 'ਚ। ਤੇ ਆਇਲਸ ਕਰਨਾ ਕਿਉਂ ਨਹੀਂ ਚਾਹੁੰਦਾ ਕਾਕਾ? ਔਖੀ ਲੱਗਦੀ ਹੈ ਜਾਂ ਕਾਰਨ ਕੀ ਬੇਟਾ? ਆਇਲਸ ਕਰਨਾ ਕਿਉਂ ਨਹੀਂ ਚਾਹੁੰਦੇ? ਆਇਲਸ ਤਾਂ ਵੀ ਕਰ ਰਹੇ ਆ ਨਾਲ ਹੀ। ਆਇਲਸ ਕਰੋ, ਕੈਨੇਡਾ ਟਰਾਈ ਕਰੋ, ਵਿਦਆਊਟ ਆਇਲਸ ਦੀਆਂ ਟਰਾਈਆਂ 'ਚ ਨਾ ਪਾਓ, ਠੀਕ ਹੈ? ਪੈਸੇ ਖਰਾਬ ਕਰੋਗੇ। ਆਇਲਸ 6 ਮਹੀਨੇ ਕਰ ਲੈ, ਪਹਿਲਾਂ ਸਪੋਕਨ ਇੰਗਲਿਸ਼ ਕਰ ਲੈ, ਫਿਰ ਬੇਸਿਕ ਗ੍ਰਾਮਰ ਕਰ ਲੈ, ਫਿਰ ਆਇਲਸ ਦੀ ਕਲਾਸ ਬਹਿ ਜਾ। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਜੀ? ਫੋਨ ਰੱਖ ਸੋ ਚੁੱਕੇ ਨੇ ਜਿਹੜੇ ਬੱਚੇ, ਚਲੋ ਇੰਪੋਰਟੈਂਟ ਪੁਆਇੰਟ ਪਿਕ ਹੋ ਗਿਆ ਜੀ, ਜਿਹੜੇ ਬੱਚੇ ਲਿੰਗੁਇਸਟਿਕਲੀ ਯਾਨੀ ਕਿ ਭਾਸ਼ਾ ਦੇ ਵਿੱਚ ਅੰਗਰੇਜ਼ੀ ਦੀ ਵਰਤੋਂ ਦੇ ਵਿੱਚ ਕਮਜ਼ੋਰ ਨੇ। ਸੋ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਕਮਜ਼ੋਰ ਬੱਚੇ ਨਹੀਂ ਮੰਨਦਾ, ਮੈਂ ਕਹਿੰਦਾ ਜੀ ਅੰਗਰੇਜ਼ੀ ਦੀ ਵਰਤੋਂ 'ਚ ਕਮਜ਼ੋਰ ਹੈ। ਹਰ ਬੰਦੇ ਕੋਲੇ ਅੰਗਰੇਜ਼ੀ ਦਾ ਟੈਸਟ ਹੋਣਾ ਜ਼ਰੂਰੀ ਨਹੀਂ ਹੈ, ਠੀਕ ਹੈ? ਇਹ ਤਾਂ ਸਿਰਫ ਬਾਹਰ ਜਾਣ ਨੂੰ ਹੈ। ਕਿਸੇ ਦੇ 7 ਬੈਂਡ ਵਾਲਾ ਲਾਈਕ ਨਹੀਂ, 6 ਵਾਲਾ ਨਲਾਇਕ ਨਹੀਂ, ਰਾਈਟ? ਹੁਣ ਮੇਰੀ ਕਿਸਮਤ ਚੰਗੀ ਸੀ, ਮੇਰਾ ਬਾਪੂ ਸ਼ਹਿਰ ਆ ਗਿਆ, ਮੈਨੂੰ ਅੰਗਰੇਜ਼ੀ ਜ਼ਿਆਦਾ ਆ ਗਈ, ਰਾਈਟ? ਜਿਹੜੇ ਮੇਰੇ ਰਿਸ਼ਤੇਦਾਰ ਨਹੀਂ ਆਏ ਉਹ ਅੰਗਰੇਜ਼ੀ ਅੱਜ ਲੰਗੜੀ ਰੰਗ ਖੇਡਦੇ, ਸੋ ਉਹਦੇ 'ਚ ਮੇਰੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ। ਸੋ ਜਿਹੜਾ ਬੱਚਾ ਅੱਜ ਇੰਗਲਿਸ਼ ਸਪੀਕਿੰਗ ਤੋਂ ਡਰ ਰਿਹਾ, ਉਹਦੇ ਆਇਲਸ 'ਚ ਬੈਂਡ ਨਹੀਂ ਆਣੇ, ਇਹ ਸੱਚ ਹੈ, ਉਹਦੇ ਨਹੀਂ ਆਉਣੇ, ਕਿਉਂਕਿ ਤੁਸੀਂ ਗ੍ਰਾਮਰ ਕਰਨ ਨੂੰ, ਬੇਸਿਕ ਸਪੋਕਨ ਕਰਨ ਨੂੰ ਤਿਆਰ ਨਹੀਂ, ਪੇਪਰ ਦੇਣ ਵਾਲੀ ਤਿਆਰੀ ਕਰ ਰਹੇ ਆ, ਪੇਪਰ ਦੇ ਸਿਲੇਬਸ ਦੀ ਤਿਆਰੀ ਨਹੀਂ ਕਰ ਰਹੇ। ਸੋ ਸਾਡੀਆਂ 8 ਅਕੈਡਮੀਆਂ ਜੀ ਗੋ ਗਲੋਬਲ ਕੰਸਲਟੈਂਟਸ ਦੀਆਂ, ਸਟੂਡੈਂਟ ਵੀਜ਼ਾ ਨੂੰ ਲੈ ਕੇ ਅਤੇ ਆਇਲਸ ਨੂੰ ਲੈ ਕੇ, ਚੰਡੀਗੜ੍ਹ, ਲੁਧਿਆਣਾ, ਜਲੰਧਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਮੋਗਾ, ਬਠਿੰਡਾ, ਸੰਗਰੂਰ ਤੇ ਉੱਤਰਾਖੰਡ ਚ ਰੁਦਰਪੁਰ ਵਿਖੇ। ਸੋ ਆਇਲਸ ਨੂੰ ਲੈ ਕੇ ਜਾਂ ਪ੍ਰੀ ਆਇਲਸ ਜਿਹਨੂੰ ਅਸੀਂ ਪ੍ਰੋਗਰਾਮ ਬਣਾਇਆ, ਉਹਨਾਂ ਬੱਚਿਆਂ ਲਈ ਜਿਨ੍ਹਾਂ ਦੀ ਫਾਊਂਡੇਸ਼ਨ ਜਾਂ ਨੀਹਾਂ ਕਮਜ਼ੋਰ ਨੇ, ਉਹਦਾ ਲਾਹਾ ਚੱਕ ਲਓ ਯਾਰ। ਵਿਦਆਊਟ ਆਇਲਸ ਕਿਸੇ ਕੰਸਲਟੈਂਟ ਨੂੰ 2 ਲੱਖ, 5 ਲੱਖ, 10 ਲੱਖ ਕਿਸੇ ਟੋਬੇ ਵਰਗੇ ਮੁਲਕ 'ਚ ਕਿਸੇ ਹਨੇਰੇ 'ਚ ਪਾਤਾ ਜਾਊਗਾ, ਰਾਈਟ? ਮੁਲਕ ਬਹੁਤ ਖੁੱਲੇ ਹੈ, ਜੁਗਾੜ ਹਰ ਥਾਂ ਤੇ ਕਹਿਣ ਨੂੰ ਬੈਠੇ ਨੇ, ਰਾਈਟ? ਜਿਵੇਂ ਹੁਣ ਇਲੈਕਸ਼ਨਾਂ ਦਾ ਸੀਜ਼ਨ ਆ ਗਿਆ, ਕਈ ਲੀਡਰ ਬਣ ਜਾਣੇ ਉਦਾਂ ਜਿਹੜੇ ਹੈ ਹੀ ਨਹੀਂ, ਰਾਈਟ? ਏਦਾਂ ਹੀ ਕਈ ਮੁਲਕਾਂ ਦੀ ਤੁਹਾਨੂੰ PR ਦਵਾਤੀ ਜਾਣੀ ਹੈ, ਤੁਹਾਨੂੰ ਕਈ ਮੁਲਕਾਂ 'ਚੋਂ ਡੋਂਕੀ ਵਰਗਾ ਵਰਡ ਸ਼ਰੇਆਮ ਯੂਜ਼ ਹੋ ਜਾਣਾ। ਜਿਹਨੇ ਬੱਚੇ ਅੱਜ ਕੁਆਲੀਫਾਈ ਕਰਦੇ ਨੇ ਅਕੈਡਮਿਕ ਤੌਰ ਤੇ ਸਿਰਫ ਅੰਗਰੇਜ਼ੀ 'ਚ ਮਾਰ ਖਾ ਰਹੇ ਆ, ਬਰਾਏ ਮਿਹਰਬਾਨੀ ਅੰਗਰੇਜ਼ੀ ਤੇ ਟਾਈਮ ਲਾ ਲਓ, ਟੋਟਕਿਆਂ ਤੇ ਨਾ ਲਾਓ ਜੀ। ਅੱਛਾ, ਹੁਣ ਆਇਲਸ ਸੈਂਟਰ ਕਦ ਤੱਕ ਖੁੱਲ ਸਕਦੇ ਨੇ, ਕੋਈ ਆਈਡੀਆ? ਕਪੂਰਥਲਾ ਜ਼ਿਲ੍ਹੇ ਦੀ ਕੱਲ ਨਿਊਜ਼ ਸੀ ਜੀ, ਖੁੱਲ ਗਏ। ਹੁਸ਼ਿਆਰਪੁਰ ਜ਼ਿਲ੍ਹੇ ਦੀ ਕੱਲ ਨਿਊਜ਼ ਸੀ, ਖੁੱਲ ਗਏ। ਉਮੀਦ ਹੈਗੀ ਜੀ, ਕਾਫੀ ਪਾਸੇ ਆਪਾਂ DC ਸਾਹਿਬਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ, ਸਾਕਾ ਵੱਲੋਂ, ਇਹ ਕਾਸਬਲ ਸਾਰੇ ਪਾਸੇ ਦਿੱਤੀ ਗਈ ਹੈ ਜੀ, ਕਿ ਸ਼ਾਇਦ ਸਰਕਾਰ ਮਿਹਰਬਾਨ ਹੋਵੇ ਕਿ ਨਵੀਂ ਹਦਾਇਤਾਂ ਦੇ ਹਿਸਾਬ ਨਾਲ ਆਇਲ ਸੈਂਟਰ ਓਪਨ ਹੋ ਜਾਣਗੇ ਜੀ। ਨੈਕਸਟ ਕਾਲਰ। ਹੈਲੋ ਹੈਲੋ ਹੈਲੋ।
ਸਵਾਲ ਆਪਣਾ ਤਿਆਰ ਰੱਖਿਆ ਕਰੋ ਜੀ, ਨਾਲ ਦੇ ਨਾਲ ਜਿੱਦਾਂ ਹੀ ਅਸੀਂ ਤੁਹਾਡਾ ਕਾਲ ਇੱਥੇ ਅਟੈਂਡ ਕਰਦੇ ਹਾਂ, ਪਿਕ ਕਰਦੇ ਹਾਂ। ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਗੋ ਗਲੋਬਲ ਤੋਂ ਮਿਸਟਰ ਨਵਨੀਤ ਨੇ ਜੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ, ਤੇ ਕੈਨੇਡਾ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ। ਫਿਰ ਚਾਹੇ ਉਹ ਸੈਪਟੈਂਬਰ ਇਨਟੇਕ ਹੈ ਤੇ ਚਾਹੇ ਉਹ ਜਨਵਰੀ ਇਨਟੇਕ ਦੀਆਂ ਪ੍ਰੀ ਐਡਮਿਸ਼ਨ ਅਸੀਂ ਕਹਿੰਦੇ ਜਨਵਰੀ ਦੀਆਂ ਇਨਟੇਕ ਓਪਨ ਹੈ, ਸਤੰਬਰ 22 ਓਪਨ ਹੈ। ਅੱਛਾ, ਸਤੰਬਰ 22 ਵੀ ਓਪਨ ਹੋ ਚੁੱਕਾ ਹੈ, ਜਨਵਰੀ 23 ਵੀ ਓਪਨ ਹੈ ਰੈਡ ਰਿਵਰ ਕਾਲਜ ਦਾ। ਅੱਛਾ ਠੀਕ ਹੈ, ਉਹਨਾਂ ਸਤੰਬਰ 22 ਕਲੋਜ਼ਡ ਹੈ, ਉਹਨਾਂ ਦਾ ਜਨਵਰੀ 23 ਓਪਨ ਹੈ। ਓਕੇ, ਸਾਡੇ ਕੋਲ ਕਈ ਪ੍ਰੋਗਰਾਮ ਹੈ ਜਿਹੜੇ ਜਨਵਰੀ ਕਲੋਜ਼ਡ ਹੈ, ਜਨਵਰੀ 21 ਕਲੋਜ਼ਡ ਵਾਲੇ ਵੀ ਹੈਗੇ, ਰਾਈਟ। ਬਟ ਇਹਦਾ ਮਤਲਬ ਨਹੀਂ ਹੈ ਕਿ ਸੀਟਾਂ ਮੁੱਕ ਗਈਆਂ। ਸਵਾਲ ਫਿਰ ਮੁੜ ਖੁੜ ਉੱਥੇ ਹੀ ਆਉਂਦਾ ਹੈ, ਖੋਤੀ ਬੋੜੇ ਠਾ ਕੰਮ ਹੈ ਕਿ ਪੜਨਾ ਕੀ ਚਾਹੁੰਦੇ ਨੇ, ਆਊਟਕਮ ਕੀ ਚਾਹੁੰਦੇ। ਮੇਰੇ ਇੱਕ ਸਵਾਲ ਦਾ ਜਵਾਬ ਦਿਓ। ਮੈਂ ਕਈ ਵਾਰੀ ਅੱਜ ਕੱਲ YouTube ਤੇ ਸਵਾਲ ਨਾਲ ਤੁਹਾਨੂੰ ਜ਼ਰੂਰ ਲਾਸਟ ਛੱਡਣਾ, ਇੱਕ ਗੱਲ ਦਾ ਜਵਾਬ ਦਿਓ। ਅੱਜ USA ਦੀ ਐਡ ਆ ਰਹੀ, ਮੈਂ ਵੀ USA ਸ਼ੁਰੂ ਕਰ ਰਿਹਾ, ਤੁਹਾਨੂੰ ਤਿਆਰੀ ਕਰਾਓ, ਰਾਈਟ। UK ਦੀ ਗੱਲ ਕਰ ਲਈਏ, ਕੈਨੇਡਾ ਦੀ ਗੱਲ ਕਰ ਲਈਏ, ਜਿੰਨੀਆਂ ਇੰਟਰਵਿਊਜ਼ ਹੈ ਉੱਥੇ ਕੰਸਲਟੈਂਟ ਤਿਆਰੀ ਕੀ ਕਰਾਉਂਦਾ, ਕੋਰਸ, ਵਾਈ ਦਿਸ, ਵਾਈ ਦੈਟ। ਉਹ ਯਾਰ ਆਪੇ ਰਿਸਰਚ ਕਰ ਲਓ। ਅਸੀਂ ਕੱਲੀ SOP ਲਈ ਰਿਸਰਚ ਕਰਨੀ ਹੈ, ਕਦੀ ਆਪਣੇ ਅੰਦਰ ਝਾਤੀ ਮਾਰੀ ਜੇ। ਅੰਬੈਸੀ ਚਾਹੇ UK ਦੀ ਹੈ, ਚਾਹੇ ਨਿਊਜ਼ੀਲੈਂਡ ਦੀ ਸਹੀ, ਚਾਹੇ ਆਸਟ੍ਰੇਲੀਆ, ਚਾਹੇ USA, ਚਾਹੇ ਕੈਨੇਡਾ, ਜਿੰਨੇ ਸਵਾਲ ਪੁੱਛਿਆ ਉਹਨੇ ਪੁੱਛਿਆ, ਨਵਨੀਤ ਤੂੰ ਵਾਈਟ ਸ਼ਰਟ ਕਿਉਂ ਪਾਈ ਹੈ, ਕਵਿਤਾ ਨੇ ਤੂੰ ਫਲਾਣੀ ਕਿਉਂ ਪਾਈ ਹੈ, ਵਾਟ ਇਜ਼ ਯੂਰ ਫੇਵਰਿਟ ਕਲਰ, ਵਿਚ ਕਾਰ ਯੂ ਲਾਈਕ, which is your favorite food, ਪੁੱਛਿਆ ਕਿਸੇ ਨੇ। ਕੀ ਸਵਾਲ ਪੁੱਛਦੇ ਹੈ, why do you want to go, what do you want to study, why do you want to study this, who's funding you for this, right। ਇੰਨੇ ਸਾਰੇ ਸਵਾਲਾਂ ਦੇ ਆਧਾਰ ਦੇ ਉੱਪਰ ਹੀ ਤੁਹਾਡੀ ਇੰਟਰਵਿਊ ਹੁੰਦੀ ਹੈ, ਰਾਈਟ। ਸੋ ਜੇ ਇਹਨਾਂ ਸਵਾਲਾਂ ਦੇ ਜਵਾਬ ਤੇ ਇੰਟਰਵਿਊ ਤੁਹਾਡੀ ਕਾਲਜਾਂ ਨੇ ਲਿੱਤੀ ਹੈ ਜਾਂ ਐਮਬੈਸੀਆਂ ਨੇ ਲਿੱਤੀ ਹੈ, ਉਹਦਾ ਕਾਰਨ ਇਹੀ ਹੈ ਨਾ ਕਿ ਉਹ ਇਹ ਜਾਣਨਾ ਚਾਹੁੰਦੇ। ਜੇ ਤੁਸੀਂ ਆਪ ਜੈਨੂਇਨਲੀ ਜਾਣ ਲਓ, ਬਜਾਏ ਇਹਦੇ ਕਿ ਕੰਸਲਟੈਂਟ ਤੋਂ ਦਰ ਤੋਂ ਜਾਂ ਸ਼ੋਅ ਤੇ ਕਾਲ ਕਰਕੇ ਜਾਂ ਲੋਕਾਂ ਦੀ ਸਲਾਹਾਂ ਤੇ ਰਹਿ ਕੇ, ਜੇ ਅਸੀਂ ਆਪ ਦੀ ਰਿਸਰਚ ਕਰਕੇ ਕੋਰਸ ਅਪਲਾਈ ਕਰ ਲਈ, ਆਪਾਂ ਮਾੜੇ ਰਾਂਗੇ। ਸੋ ਕੋਰਸ ਨੂੰ ਤਵੱਜੂ ਦੇ ਦਿਓ ਯਾਰ। ਹਰ ਇਨਟੇਕ 'ਚ ਚੰਗੇ ਮਾੜੇ ਪ੍ਰੋਗਰਾਮਸ ਹੈ। ਜਿਹੜਾ ਬੱਚਾ ਅੱਜ ਕਿਊਬੈਕ 'ਚ ਫਸਿਆ, 1.5 ਸਾਲ ਤੋਂ ਫਸਿਆ, 2 ਸਾਲ ਤੋਂ ਫਸਿਆ, ਉਹਦੇ ਤੋਂ ਲੈਸਨ ਸਿੱਖ ਲਓ ਯਾਰ। ਕਿਊਬੈਕ ਸਭ ਤੋਂ ਛੇਤੀ ਆਫਰ ਦਿੰਦਾ ਸੀ, 24 ਘੰਟੇ ਦਾ ਆਫਰ ਸੀ। ਅਸੀਂ ਹੁਣ ਕੀ ਕਰ ਲਿਆ, ਕੀ ਕਰ ਲਿਆ? ਬੱਚਿਆਂ ਦੇ ਫਾਈਲਾਂ ਲੱਗੀਆਂ ਨੇ, ਕਿਤੇ ਆਇਲਸ ਐਕਸਪਾਇਰ ਹੋ ਗਈ, ਕੀ ਕਰ ਲਿਆ? ਕੁਝ ਨਹੀਂ ਕਰ ਸਕੇ। ਸੋ ਅੱਜ ਜੇ ਆਪਾਂ ਅੱਗੇ ਜਾ ਰਹੇ, ਘੱਟੋ ਘੱਟ ਇੰਨਾ ਸੋਚ ਲਈਏ ਕਿ ਮੈਂ ਕੀ ਪੜਨ ਜਾਣਾ। ਮੈਨੂੰ ਸ਼ਾਇਦ ਰੱਬ ਨੇ ਇੱਕ ਮੌਕਾ ਦੇਤਾ। ਕਰੋਨਾ ਤੋਂ ਬਾਅਦ ਕਿਹੜੇ ਦੁਨੀਆ 'ਚ ਬਦਲਾਵ ਆ ਗਏ, ਕਿਹੜੀ ਨਵੀਂ ਟੈਕਨੋਲੋਜੀ ਆ ਗਈ, ਕਿਹੜੀ ਚੀਜ਼ ਕਿੱਥੇ ਨੂੰ ਪਹੁੰਚ ਗਈ, ਉਹਨੂੰ ਸੋਚ ਕੇ ਫੈਸਲੇ ਕਰ ਲਈਏ ਯਾਰ। ਜੇ ਕਾਲਜ ਅੱਜ ਵੀ ਨਵੇਂ ਕੋਰਸ ਕੱਢ ਰਹੇ ਹੈ, ਉਹ ਕਿਉਂ ਕੱਢ ਰਹੇ? ਕਿਉਂਕਿ ਉੱਥੇ ਲੋੜ ਹੋਊਗੀ। ਜੇ ਉਹੀ ਬਿਜ਼ਨਸ IT ਬਿਜ਼ਨਸ IT ਦੇ ਸਿਰਫ ਇਹੀ ਰਹਿ ਗਿਆ ਤਾਂ ਕੋਰਸ ਕਿਉਂ ਕਰਦੇ ਹੋ? ਇੰਨੇ ਪ੍ਰੋਗਰਾਮਸ ਕਿਉਂ ਹੁੰਦੇ? ਸੋ ਧਿਆਨ ਰੱਖੋ ਕੋਰਸਸ ਦੀ ਚੋਣ ਜੀ। ਸੋ ਤੁਸੀਂ ਕਾਲ ਕਰਦੇ ਰਹੋ ਜੀ। ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਕਾਲ ਕਰ ਲਓ ਕਾਈਂਡਲੀ। ਤੇ ਵੈਸੇ ਵੀ ਜਿੰਨੇ ਵੀ ਕਾਲਰਸ ਜੁੜਦੇ ਨੇ ਨਾ, ਅਸੀਂ ਤੁਹਾਨੂੰ ਸਾਰਿਆਂ ਨੂੰ ਕਾਲ ਬੈਕ ਜ਼ਰੂਰ ਕਰਦੇ ਹਾਂ ਜੀ। ਜੋ ਵੀ ਸਾਡੇ ਐਕਸਪਰਟ ਆਉਂਦੇ ਨੇ, ਉਹਨਾਂ ਦਾ ਵੈਲ ਟ੍ਰੇਨਡ ਸਟਾਫ ਹੈ। ਸੋ ਤੁਸੀਂ ਆਪਣਾ ਸਵਾਲ ਜਿਹੜਾ ਦੁਬਾਰਾ ਇੱਕ ਵਾਰ ਫਿਰ ਤੋਂ ਡਿਸਕਸ ਕਰਿਆ ਕਰੋ ਜੀ। ਟਾਈਮ ਲਗਾਇਆ ਕਰੋ, ਪ੍ਰੋਪਰ ਕਾਉਂਸਲਿੰਗ ਲਿਆ ਕਰੋ, ਜੋ ਕਿ ਸਭ ਤੋਂ ਵੱਧ ਜ਼ਰੂਰੀ ਇੰਪੋਰਟੈਂਟ ਪਾਰਟ ਹੈ। ਹੈਲੋ, ਫਿਰ ਤੋਂ ਫੋਨ ਡਿਸਕਨੈਕਟ। ਸੋ ਇੱਕ ਜਾਂਦੇ ਮੈਂ ਜ਼ਰੂਰ ਪੁੱਛਣਾ ਹੁਣ, ਅੱਛਾ ਚਾਹੇ ਆਰਟਸ ਦੇ ਸਟੂਡੈਂਟ, ਚਾਹੇ ਕਾਮਰਸ ਹੈ, ਮੈਡੀਕਲ, ਨਾਨ ਮੈਡੀਕਲ, ਚਾਰੋਂ ਸਟਰੀਮ ਨੂੰ ਬਰਾਬਰ ਨਿਗਾਹ ਦੇ ਨਾਲ ਬਿਲਕੁਲ ਦੇਖਿਆ ਜਾਂਦਾ ਜੀ। ਐ ਕਰੋ, ਇੰਡੀਆ 'ਚ ਚੋਕਾ ਯੂਨੀਵਰਸਿਟੀ ਹੈ, ਰਿਸਰਚ ਕਰਕੇ ਜਿਹੜਾ ਆਰਟਸ ਦੀ ਐਡਮਿਸ਼ਨ ਲੈ ਕੇ ਦਿਖਾ ਦੋ, ਰਾਈਟ। ਪਲਾਕਸ਼ਾ ਯੂਨੀਵਰਸਿਟੀ ਖੁੱਲੀ, ਉਹਦੇ ਕੋਰਸਸ ਚੈੱਕ ਕਰ ਲਓ, ਰਾਈਟ। ਕਿੰਨੀਆਂ ਯੂਨੀਵਰਸਿਟੀਆਂ ਖੁੱਲ ਗਈਆਂ। ਇਹ ਇੱਕ ਮਨ ਘੜੰਤ ਘਟਨਾਵਾਂ ਨੇ। ਪਹਿਲਾਂ ਕੀ ਹੁੰਦਾ ਸੀ, ਆਰਟਸ ਵਾਲਿਆਂ ਨੂੰ ਲੈ ਕੇ ਆਤਾ ਜਾਂਦਾ ਸੀ। ਸਾਨੂੰ ਪਤਾ ਵੀ ਸਾਡੇ ਸੂਬੇ ਦੇ CM ਸਾਹਿਬ ਜਾਂ ਦੂਜੇ CM ਦੇ ਸਾਹਿਬ ਨੇ ਪਹਿਲਾਂ ਆਇਲਸ ਕੀਤੀ ਹੈ, ਆਰਟਸ ਕੀਤੀ ਹੈ। ਜਿਹੜੇ ਸਾਡੇ ਏਡੇ ਵੱਡੇ ਸੀਨੀਅਰ IAS ਆਫੀਸਰਸ ਨੇ, ਇੰਨੇ ਪੜ੍ਹੇ ਲਿਖੇ ਨੇ, ਸ਼ਾਇਦ ਉਹਨੇ ਆਰਟਸ ਕੀਤੀ ਹੋਵੇ। ਆਰਟਸ ਕੋਈ ਸਟਿਗਮਾ ਨਹੀਂ ਹੈ, ਕੋਈ ਧੱਬਾ ਨਹੀਂ ਹੈ, ਕੋਈ ਸਾਰੇ ਇੰਜੀਨੀਅਰ ਚਾਂਦ ਤੇ ਨਹੀਂ ਪਹੁੰਚ ਗਏ ਤੇ ਆਰਟਸ ਵਾਲੇ ਸਾਰਿਆਂ ਨੇ ਛੋਲੇ ਨਹੀਂ ਵੇਚੇ, ਰਾਈਟ। ਸੋ ਡਿਪੈਂਡ ਕਰਦਾ ਤੁਸੀਂ ਆਪਣੀ ਅਕੈਡਮਿਕ ਪ੍ਰੋਗਰੈਸ਼ਨ ਨੂੰ ਕਿਵੇਂ ਇੰਪਰੂਵ ਕਰਦੇ ਹੋ, ਔਰ ਉੱਥੇ ਜਾ ਕੇ ਤੁਸੀਂ ਉਹਦਾ ਕੀ ਲਾਹਾ ਚੱਕਣਾ ਚਾਹੁੰਦੇ ਹੋ, ਸਕਿੱਲ ਜਾਣਾ ਚਾਹੁੰਦੇ ਹੋ, ਕਿਹੜੇ ਪਾਸੇ ਜਾਣਾ ਚਾਹੁੰਦੇ ਹੋ। ਪ੍ਰੋਗਰਾਮ ਹਰ ਪ੍ਰਕਾਰ ਦਾ, ਪਰ 2 ਬੰਦਿਆਂ ਦੀ ਕਮੀ ਹੈ, ਤੁਹਾਡੀ ਤੇ ਤੁਹਾਡੇ ਪਰਿਵਾਰ ਦੀ। ਮੈਂ ਤਾਂ ਕਹਿ ਰਿਹਾ ਕਿ ਮਾਪਿਓ ਆਪਣੀ ਲਾਚਾਰੀ ਦੇ ਵਿੱਚ, ਆਪਣੇ ਭੋਲੇਪਨ ਦੇ ਵਿੱਚ ਤੁਹਾਡੇ ਤੇ ਬੇਤਹਾ ਭਰੋਸਾ ਕਰਕੇ ਨੁਕਸਾਨ ਖਾਂਦੇ। ਸੋ ਮੇਰੀ ਇੱਕ ਰਿਕੁਐਸਟ ਹੈ ਜੀ, ਜੇ ਤੁਸੀਂ ਮੈਨੂੰ ਮੰਗਲਵਾਰ ਜਲੰਧਰ ਜਾਂ ਸ਼ੁੱਕਰਵਾਰ ਲੁਧਿਆਣੇ ਜਾਂ ਅੰਮ੍ਰਿਤਸਰ ਮੌਕਾ ਮਿਲਣਾ ਚਾਹੁੰਦੇ ਹੋ, ਕਿਰਪਾ ਕਰਕੇ ਆਪਣੇ ਬੱਚੇ ਦੇ ਨਾਲ ਆ ਜਾਓ। ਤੁਹਾਡੇ ਬੱਚੇ ਦਾ ਭਵਿੱਖ ਹੈ, ਘੰਟਾ ਕੱਢ ਲਓ। ਮੈਨੂੰ ਤਾਂ ਵੱਧ ਸਮਝਾਉਣਾ ਪਊਗਾ, ਤੁਸੀਂ ਨਾਲ ਬੈਠੋਗੇ, ਕਿਉਂਕਿ ਬੱਚਾ ਉਹ ਸੁਣਨਾ ਚਾਹੁੰਦਾ ਜੋ ਉਹਦੇ ਕੰਨ ਸੁਣਨਾ ਚਾਹੁੰਦੇ ਨੇ। ਤੁਸੀਂ ਉਹ ਸੁਣਨਾ ਚਾਹੁੰਦੇ ਹੋ ਜੋ ਤੁਹਾਡੇ ਬੱਚੇ ਲਈ ਚੰਗਾ ਜੀ। ਸੋ ਬਹੁਤ ਸ਼ੁਕਰੀਆ ਨਵਨੀਤ ਸਰ, ਥੈਂਕ ਯੂ ਸੋ ਮਚ ਜੀ। ਤੇ ਇਸੇ ਦੇ ਨਾਲ ਜੀ ਹੁਣ ਮੈਨੂੰ ਦਿਓ ਇਜਾਜ਼ਤ। ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ। ਤਦ ਤੱਕ ਆਪਣਾ ਖਿਆਲ ਰੱਖੋ। ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਵੇਖਦੇ ਰਿਹਾ ਕਰੋ।